ਡੀਅਰ ਸਟੂਡੈਂਟਸ, ਅੱਜ ਅਸੀਂ ਕਲਾਸ 8th ਦੇ ਸਬਜੈਕਟ ਸਾਇੰਸ ਦੀ ਚੈਪਟਰ ਨੰਬਰ ਕੋਲ ਅਤੇ ਪੈਟਰੋਲੀਅਮ ਪੜ੍ਹਾਂਗੇ। ਠੀਕ ਹੈ, ਇਸ ਦਾ ਟੌਪਿਕ ਨਾ ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨ ਅਤੇ ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਨਾ ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨ। ਇਹ ਸਾਧਨ ਪ੍ਰਕਿਰਤੀ ਵਿੱਚ ਅਸੀਮਿਤ ਮਾਤਰਾ ਵਿੱਚ ਮੌਜੂਦ ਹਨ ਅਤੇ ਮਨੁੱਖੀ ਕਿਰਿਆਵਾਂ ਨਾਲ ਸਮਾਪਤ ਹੋਣ ਵਾਲੇ ਨਹੀਂ ਹਨ। ਠੀਕ ਹੈ, ਅਜਿਹੇ ਕੁਦਰਤੀ ਸਾਧਨ ਜੋ ਸਾਨੂੰ ਕੁਦਰਤ ਵੱਲੋਂ ਮਿਲਦੇ ਹਨ ਅਤੇ ਅਸੀਮਿਤ ਮਾਤਰਾ ਵਿੱਚ ਮੌਜੂਦ ਹੁੰਦੇ ਹਨ, ਭਾਵ ਕਿ ਉਹ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਨਹੀਂ ਹੋ ਸਕਦੇ। ਅਜਿਹੇ ਸਾਧਨਾਂ ਨੂੰ ਪ੍ਰਾਕਿਰਤਿਕ ਨਾ ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨ ਕਿਹਾ ਜਾਂਦਾ ਹੈ। ਆਓ ਕੁਝ ਉਦਾਹਰਨਾਂ ਰਾਹੀਂ ਅਸੀਂ ਇਹਨਾਂ ਨੂੰ ਦੇਖਦੇ ਹਾਂ, ਜਿਵੇਂ ਕਿ ਏਅਰ ਹਵਾ, ਵਾਟਰ ਪਾਣੀ ਐਂਡ ਸਨਲਾਈਟ ਸੂਰਜ ਦੀ ਰੋਸ਼ਨੀ। ਇਹ ਕੀ ਹਨ? ਨਾ ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨ। ਹੁਣ ਅਸੀਂ ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨਾਂ ਬਾਰੇ ਪੜ੍ਹਾਂਗੇ। ਸਮਾਪਤ ਹੋਣ ਵਾਲੇ ਪ੍ਰਾਕਿਰਤਿਕ ਸਾਧਨ ਉਹ ਹਨ ਜਿਨ੍ਹਾਂ ਦੀ ਮਾਤਰਾ ਸੀਮਿਤ ਹੈ ਅਤੇ ਇਹ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਸਕਦੇ ਹਨ। ਠੀਕ ਹੈ, ਅਜਿਹੇ ਸਾਧਨ ਜੋ ਸਾਨੂੰ ਕੁਦਰਤ ਵੱਲੋਂ ਸੀਮਿਤ ਮਾਤਰਾ ਵਿੱਚ ਮਿਲਦੇ ਹਨ, ਭਾਵ ਕਿ ਉਹਨਾਂ ਦੀ ਮਾਤਰਾ ਜਿਹੜੀ ਹੁੰਦੀ ਆ ਉਹ ਲਿਮਿਟਡ ਹੁੰਦੀ ਆ। ਇਹ ਜੋ ਸਾਧਨ ਹੁੰਦੇ ਹਨ, ਇਹ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਸਕਦੇ ਹਨ, ਭਾਵ ਕਿ ਇਹਨਾਂ ਦੀ ਦੁਰਵਰਤੋਂ ਕਰਨ 'ਤੇ ਇਹ ਜਿਹੜੇ ਸਾਧਨ ਹਨ ਇਹ ਖਤਮ ਹੋ ਸਕਦੇ ਹਨ, ਜਿਵੇਂ ਕਿ ਜੰਗਲ, ਜੰਗਲੀ ਜੀਵ, ਖਣਿਜ, ਕੋਲਾ, ਪੈਟਰੋਲੀਅਮ ਆਦਿ। ਇਹ ਸਾਰੀਆਂ ਇਹਨਾਂ ਦੀਆਂ ਉਦਾਹਰਨਾਂ ਹਨ। ਓਕੇ, ਹੁਣ ਅਸੀਂ ਦੇਖਦੇ ਹਾਂ ਕਿ ਜਿਹੜੇ ਪ੍ਰਾਕਿਰਤਿਕ ਸਾਧਨ ਸੀਮਿਤ ਹਨ ਉਹਨਾਂ ਦੀ ਅਸੀਂ ਦੁਰਵਰਤੋਂ ਤੋਂ ਕਿਵੇਂ ਬਚ ਸਕਦੇ ਹਾਂ। ਠੀਕ ਹੈ, ਅਤੇ ਉਹ ਕਿਹੜੇ ਕਿਹੜੇ ਹਨ? ਕੁਝ ਪ੍ਰਾਕਿਰਤਿਕ ਸਾਧਨ ਜਿਵੇਂ ਫੋਸਿਲ ਬਾਲਣ, ਜੰਗਲ, ਖਣਿਜ ਆਦਿ ਕੀ ਹਨ? ਖਤਮ ਹੋਣ ਵਾਲੇ ਸਾਧਨ ਹਨ। ਤੁਸੀਂ ਜਾਣਦੇ ਹੋ ਕਿ ਕੋਲਾ ਅਤੇ ਪੈਟਰੋਲੀਅਮ ਫੋਸਿਲ ਬਾਲਣ ਹਨ। ਮਰੇ ਜੀਵਾਂ ਦੇ ਬਾਲਣ ਵਿੱਚ ਪਰਿਵਰਤਨ ਦੇ ਲਈ ਲੱਖਾਂ ਵਰ੍ਹਿਆਂ ਦਾ ਸਮਾਂ ਲੱਗ ਜਾਂਦਾ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਕੋਲਾ ਅਤੇ ਪੈਟਰੋਲੀਅਮ ਫੋਸਿਲ ਬਾਲਣ ਹਨ। ਫੋਸਿਲ ਬਾਲਣ ਤੋਂ ਭਾਵ ਹੈ ਕਿ ਇਹ ਬਨਸਪਤੀ ਦੇ ਅਵਸ਼ੇਸ਼ਾਂ ਤੋਂ ਬਣਦੇ ਹਨ, ਭਾਵ ਕਿ ਮਰੇ ਹੋਏ ਜੀਵਾਂ ਦੇ ਜਾਂ ਬਨਸਪਤੀ ਦੀ ਰਹਿੰਦ ਖੂੰਹਦ ਤੋਂ ਬਣਦੇ ਹਨ, ਅਤੇ ਇਹਨਾਂ ਨੂੰ ਬਣਨ ਲੱਗਿਆਂ ਲੱਖਾਂ ਵਰ੍ਹਿਆਂ ਦਾ ਸਮਾਂ ਲੱਗ ਜਾਂਦਾ ਹੈ। ਦੂਜੇ ਪਾਸੇ ਇਹਨਾਂ ਦੇ ਜਾਣੇ ਭੰਡਾਰ ਕੁਝ 100 ਵਰ੍ਹੇ ਹੋਰ ਚੱਲਣ ਵਾਲੇ ਹਨ। ਇਸ ਦੇ ਇਲਾਵਾ ਇਹਨਾਂ ਬਾਲਣਾਂ ਦਾ ਬਲਣਾ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਅਤੇ ਇਹਨਾਂ ਦੇ ਸੰਬੰਧ ਵਿਸ਼ਵ ਦੇ ਤਾਪਮਾਨ ਵਿੱਚ ਵਾਧੇ ਤੋਂ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਹਨਾਂ ਬਾਲਣਾਂ ਦੀ ਵਰਤੋਂ ਉਦੋਂ ਹੀ ਕਰੀਏ ਜਦੋਂ ਬਹੁਤ ਜ਼ਰੂਰੀ ਹੋਵੇ। ਇਸ ਦੇ ਸਿੱਟੇ ਵਜੋਂ ਵਾਤਾਵਰਨ ਚੰਗਾ ਬਣੇਗਾ, ਵਿਸ਼ਵ ਦੇ ਤਾਪਮਾਨ ਵਿੱਚ ਵਾਧੇ ਦਾ ਘੱਟ ਖਤਰਾ ਰਹੇਗਾ ਅਤੇ ਬਾਲਣਾਂ ਦੀ ਉਪਲਬਧਤਾ ਲੰਬੇ ਸਮੇਂ ਤੱਕ ਹੋਏਗੀ, ਭਾਵ ਕਿ ਜਦੋਂ ਇਹ ਬਾਲਣ ਬਲਦੇ ਹਨ ਤਾਂ ਇਹ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੇ ਹਨ ਅਤੇ ਤਾਪਮਾਨ ਵਿੱਚ ਵੀ ਵਾਧਾ ਕਰਦੇ ਹਨ। ਇਸ ਲਈ ਇਹਨਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਜਦੋਂ ਜ਼ਰੂਰੀ ਹੋਵੇ ਉਦੋਂ ਹੀ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਭਾਰਤ ਵਿੱਚ ਇੱਕ ਸਮਿਤੀ ਬਣੀ ਹੋਈ ਹੈ, ਪੈਟਰੋਲੀਅਮ ਸੁਰੱਖਿਅਨ ਖੋਜ ਸਮਿਤੀ, ਜੋ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਗੱਡੀ ਚਲਾਉਂਦੇ ਸਮੇਂ ਕਿਸ ਤਰ੍ਹਾਂ ਅਸੀਂ ਪੈਟਰੋਲ ਅਤੇ ਡੀਜ਼ਲ ਨੂੰ ਬਚਾ ਸਕਦੇ ਹਨ, ਕਿਉਂਕਿ ਇਹ ਵੀ ਕੀ ਹਨ? ਫੋਸਿਲ ਬਾਲਣ ਹਨ ਜੋ ਇੱਕ ਦਿਨ ਖਤਮ ਹੋ ਸਕਦੇ ਹਨ। ਉਹਨਾਂ ਦੇ ਨੁਕਤੇ ਹਨ: ਜਿੱਥੇ ਤੱਕ ਸੰਭਵ ਹੋਵੇ ਗੱਡੀ ਇੱਕ ਸਮਾਨ ਅਤੇ ਹੌਲੀ ਗਤੀ ਨਾਲ ਚਲਾਓ। ਟ੍ਰੈਫਿਕ ਲਾਈਟਾਂ 'ਤੇ ਜਾਂ ਜਿੱਥੇ ਤੁਸੀਂ ਇੰਤਜ਼ਾਰ ਕਰਨੀ ਹੋਵੇ ਗੱਡੀ ਦਾ ਇੰਜਨ ਬੰਦ ਕਰ ਦਿਓ। ਟਾਇਰਾਂ ਵਿੱਚ ਦਬਾਅ ਸਹੀ ਰੱਖੋ ਅਤੇ ਗੱਡੀ ਦੀ ਨਿਯਮਿਤ ਸਾਂਭ ਸੰਭਾਲ ਸੁਨਿਸ਼ਚਿਤ ਕਰੋ। ਠੀਕ ਹੈ, ਇਸ ਤਰ੍ਹਾਂ ਅਸੀਂ ਇਹਨਾਂ ਦੀ ਦੁਰਵਰਤੋਂ ਤੋਂ ਬਚ ਸਕਦੇ ਹਾਂ। ਥੈਂਕ ਯੂ।